ਸਤਿ ਸ੍ਰੀ ਅਕਾਲ ਬੱਚਿਓ। ਅੱਜ ਅਸੀਂ ਸ਼ੁਰੂ ਕਰਾਂਗੇ ਪੰਜਾਬੀ ਵਿਸ਼ੇ ਦਾ ਪਾਠ ਨੰਬਰ 2 ਜੋ ਕਿ ਕਹਾਣੀ ਹੈ। ਪਾਠ ਨੰਬਰ 1 ਜਿਹੜੀ ਕਵਿਤਾ ਸੀ ਉਹ ਅਸੀਂ ਪਹਿਲਾਂ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਅਜੇ ਤੱਕ ਨਹੀਂ ਦੇਖੀ ਹੈ ਤਾਂ ਤੁਸੀਂ ਚੈਨਲ ਦੇ ਉੱਪਰ ਜਾ ਕੇ ਉਹ ਦੇਖ ਸਕਦੇ ਹੋ ਅਤੇ ਬਾਕੀ ਬਚਦਾ ਜਿਹੜਾ ਕੰਮ ਵੀ ਪੂਰਾ ਕਰ ਸਕਦੇ ਹੋ। ਅੱਜ ਇਹ ਵੀਡੀਓ PPT ਰਾਹੀਂ ਬਣਾਈ ਗਈ ਹੈ ਕਿਉਂਕਿ ਇਹ ਇੱਕ ਕਹਾਣੀ ਹੈ ਜੋ ਕਿ PPT ਰਾਹੀਂ ਸਮਝਣ ਵਿੱਚ ਸਾਨੂੰ ਕੀ ਹੈ ਬੜੀ ਆਸਾਨ ਰਹੇਗੀ। ਅਤੇ ਕੁਝ ਬੱਚਿਆਂ ਕੋਲ ਜੇ ਬੁੱਕਸ ਵੀ ਨਹੀਂ ਹਨ, ਜੇ ਉਹਨਾਂ ਬੱਚਿਆਂ ਲਈ ਇਹ ਸਮਝਣ ਵਿੱਚ ਵੀ ਬੜੀ ਆਸਾਨ ਰਹੇਗੀ ਅਤੇ ਯੂਜ਼ਫੁਲ ਵੀ ਰਹੇਗੀ। ਇਸ ਲਈ ਬੱਚਿਓ ਜਿਹੜੀ ਕਹਾਣੀ ਹੈ ਇਹ ਅਸੀਂ PPT ਰਾਹੀਂ ਜਿਹੜਾ ਬਾਕੀ ਕੰਮ ਹੈ ਜਿਹੜੀ ਕਹਾਣੀ ਹੈ ਅਸੀਂ PPT ਰਾਹੀਂ ਕਰਾਂਗੇ, ਜਿਹੜਾ ਬਾਕੀ ਬਚਦਾ ਕੰਮ ਹੈ ਉਹ ਅਸੀਂ ਬੋਰਡ ਰਾਹੀਂ ਕਰਾਂਗੇ। ਠੀਕ ਹੈ। ਅਤੇ ਹੁਣ ਆਪਾਂ ਆਪਣੀ ਜਿਹੜੀ ਕਹਾਣੀ ਹੈ ਉਹ ਸ਼ੁਰੂ ਕਰ ਦਾਂਗੇ। ਕਹਾਣੀ ਪਾਠ ਨੰਬਰ 2 ਹੈ। ਕਹਾਣੀ ਦਾ ਨਾਮ ਹੈ ਗੁਲਾਬੀ ਡੱਬਾ। ਸਭ ਤੋਂ ਪਹਿਲਾਂ ਦੀ ਸਿੱਖਿਆ ਹੈ ਕਿ ਕੀ ਸਿੱਖਿਆ ਦੇਣਾ ਚਾਹੁੰਦਾ ਹੈ ਜਿਹੜਾ ਕਹਾਣੀਕਾਰ ਹੈ, ਬੱਚਿਆਂ ਨੂੰ ਕੀ ਸਿੱਖਿਆ ਦੇਣਾ ਚਾਹੁੰਦਾ ਹੈ। ਮਾਤਾ ਪਿਤਾ, ਭੈਣ ਭਰਾ, ਰਿਸ਼ਤੇਦਾਰ ਰੱਬ ਵੱਲੋਂ ਬਖਸ਼ੀਆਂ ਗਈਆਂ ਅਨਮੋਲ ਦਾਤਾਂ ਹਨ। ਕਹਾਣੀਕਾਰ ਕਹਿਣਾ ਚਾਹੁੰਦਾ ਕਿ ਜਿਹੜੇ ਮਾਤਾ ਪਿਤਾ ਹੈ, ਭੈਣ ਭਰਾ ਹੈ, ਰਿਸ਼ਤੇਦਾਰ ਹਨ, ਇਹ ਜਿਹੜੀਆਂ ਦਾਤਾਂ ਰੱਬ ਨੇ ਬਖਸ਼ੀਆਂ ਹਨ ਬਹੁਤ ਹੀ ਅਨਮੋਲ ਹਨ। ਇਹਨਾਂ ਵੱਲੋਂ ਲੁਟਾਏ ਜਾਂਦੇ ਨਿਰਛਲ ਅਤੇ ਨੀਰਸਵਰਤ ਪਿਆਰ ਨੂੰ ਅਸੀਂ ਆਪਣੇ ਹਿਰਦੇ ਰੂਪੀ ਗੁਲਾਬੀ ਡੱਬੇ ਵਿੱਚ ਸੰਭਾਲ ਕੇ ਰੱਖਣਾ ਹੁੰਦਾ ਹੈ। ਨਿਰਛਲ ਹੁੰਦਾ ਜਿਹੜਾ ਕਦੇ ਖਤਮ ਨਾ ਹੋਣ, ਜਿਹੜਾ ਕੋਈ ਛਲ ਨਾ ਹੋਵੇ ਜਿਸ ਦੇ ਵਿੱਚ, ਜੋ ਕਿ ਬਿਲਕੁਲ ਸਾਫ਼ ਪਵਿੱਤਰ ਹੋਵੇ। ਨਿਰਸਵਾਰਥ ਹੁੰਦਾ ਜਿਸ ਦਾ ਕੋਈ ਸਵਾਰਥ ਨਾ ਹੋਵੇ, ਜੋ ਸਿਰਫ ਆਪਣਾ ਨੂੰ ਦੇਵੇ, ਆਪਣੇ ਕੋਲ ਲੈਣ ਲਈ ਉਸ ਕੋਲ ਕੁਝ ਨਾ ਆਏ। ਪਿਆਰ ਨੂੰ ਅਸੀਂ ਹਿਰਦੇ ਰੂਪੀ ਗੁਲਾਬੀ ਡੱਬੇ ਵਿੱਚ ਸੰਭਾਲ ਕੇ ਰੱਖਣਾ ਹੁੰਦਾ ਹੈ। ਆਪਣੇ ਹਿਰਦੇ ਵਿੱਚ ਉਸ ਦੇ ਪਿਆਰ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਆਪਣਿਆਂ ਦੇ ਪਿਆਰ ਤੋਂ ਕੀਮਤੀ ਤੋਹਫਾ ਹੋਰ ਕੁਝ ਵੀ ਨਹੀਂ ਹੁੰਦਾ। ਜਿਹੜਾ ਆਪਣਿਆਂ ਦਾ ਪਿਆਰ ਹੁੰਦਾ ਹੈ, ਮਾਤਾ ਪਿਤਾ ਦਾ ਪਿਆਰ ਹੁੰਦਾ ਹੈ, ਭੈਣ ਭਰਾ ਦਾ ਪਿਆਰ ਹੁੰਦਾ ਹੈ, ਉਸ ਤੋਂ ਜ਼ਿਆਦਾ ਵੱਡਾ ਤੋਹਫਾ ਕੋਈ ਸਾਡੇ ਲਈ ਹੋਰ ਨਹੀਂ ਹੁੰਦਾ ਹੈ। ਸਾਰੇ ਰਿਸ਼ਤਿਆਂ ਦਾ ਸਤਿਕਾਰ ਕਰੋ, ਉਹਨਾਂ ਨਾਲ ਸੱਚੇ ਦਿਲੋਂ ਪਿਆਰ ਕਰੋ। ਸਾਰੇ ਰਿਸ਼ਤਿਆਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਨਾਲ ਜਾਂ ਦੂਸਰਿਆਂ ਨਾਲ ਜੋ ਵੀ ਹੈ ਸਾਰੇ ਨਾਲ ਦਿਲੋਂ ਪਿਆਰ ਕਰਨਾ ਚਾਹੀਦਾ ਹੈ। ਹੁਣ ਬੱਚੇ ਆਪਣੀ ਕਹਾਣੀ ਸਟਾਰਟ ਹੁੰਦੀ ਹੈ ਕਿ ਕਹਾਣੀ ਕਿੱਥੋਂ ਹੈ, ਕੀ ਕਹਾਣੀ ਕਹਿਣਾ ਚਾਹੁੰਦੀ ਹੈ, ਕੀ ਕਹਾਣੀ ਦੀ ਸਿੱਖਿਆ ਹੈ। ਇੱਕ ਵਾਰ ਇੱਕ ਬੱਚੀ ਗੱਤੇ ਦਾ ਇੱਕ ਡੱਬਾ ਬਣਾ ਰਹੀ ਸੀ। ਇਸ ਬੱਚੀ ਦਾ ਨਾਂ ਸੀ ਪਰੀ। ਜਦੋਂ ਪਰੀ ਗੱਤੇ ਦੇ ਬਣੇ ਡੱਬੇ ਨੂੰ ਗੁਲਾਬੀ ਰੰਗ ਦੇ ਚਮਕੀਲੇ ਕਾਗਜ਼ ਨਾਲ ਸ਼ਿੰਗਾਰ ਰਹੀ ਸੀ ਤਾਂ ਅਚਾਨਕ ਉਸ ਦੇ ਪਿਤਾ ਜੀ ਆ ਗਏ। ਉਹਨਾਂ ਨੇ ਆਉਂਦਿਆਂ ਹੀ ਪਰੀ ਨੂੰ ਡਾਂਟਦਿਆਂ ਹੋਇਆ ਕਿਹਾ, ਪਰੀ ਤੂੰ ਇਹ ਕੀ ਕੀਤਾ ਹੈ? ਸਾਰਾ ਕਾਗਜ਼ ਖਰਾਬ ਕਰ ਦਿੱਤਾ ਹੈ। ਮੈਂ ਇਹ ਕਾਗਜ਼ ਕਿਸੇ ਖਾਸ ਕੰਮ ਲਈ ਲਿਆਂਦਾ ਸੀ, ਤੂੰ ਸਭ ਨਾਸ਼ ਕਰ ਦਿੱਤਾ ਹੈ। ਕੁਝ ਤਾਂ ਪੁੱਛ ਕੇ ਕਰ ਲਿਆ ਕਰ ਬੇਟਾ। ਇਸ ਤਰ੍ਹਾਂ ਚੀਜ਼ਾਂ ਖਰਾਬ ਕਰਨੀਆਂ ਚੰਗੀ ਗੱਲ ਨਹੀਂ। ਤੂੰ ਹੁਣ ਇੰਨੀ ਛੋਟੀ ਵੀ ਨਹੀਂ ਹੈ, 8 ਸਾਲਾਂ ਦੀ ਹੋ ਚੁੱਕੀ ਹੈ। ਅੱਗੇ ਤੋਂ ਕਦੇ ਅਜਿਹੀ ਗਲਤੀ ਨਾ ਹੋਵੇ, ਸਮਝੀ। ਇਸ ਦਾ ਮਤਲਬ ਕੀ ਹੈ, ਕੀ ਕਹਿਣਾ ਚਾਹੁੰਦਾ ਕਹਾਣੀਕਾਰ ਕਿ ਜਿਹੜੀ ਇੱਕ ਪਰੀ ਨਾਂ ਦੀ ਹੈ ਬੱਚੀ ਹੈ, 8 ਸਾਲਾਂ ਦੀ ਬੱਚੀ ਹੈ, ਉਹ ਇੱਕ ਗੱਤੇ ਦਾ ਡੱਬਾ ਹੁੰਦਾ ਉਸ ਨੂੰ ਕੱਟ ਰਹੀ ਹੁੰਦੀ ਹੈ, ਉਸ ਨੂੰ ਸ਼ਿੰਗਾਰ ਰਹੀ ਹੁੰਦੀ ਹੈ। ਇੰਨੇ ਨੂੰ ਉਸਦੇ ਪਿਤਾ ਜੀ ਆ ਜਾਂਦੇ, ਦੇਖ ਕੇ ਉਸ ਦੇ ਉੱਪਰ ਗੁੱਸੇ ਹੁੰਦੇ ਹੈ। ਕਹਿੰਦੇ ਵੀ ਬੱਚੇ ਤੂੰ ਇਹ ਕੀ ਕਰ ਰਹੀ ਹੈ? ਮੈਂ ਕੁਝ ਹੋਰ ਕੰਮ ਵਾਸਤੇ ਸਮਾਨ ਲਿਆ ਸੀ, ਤੂੰ ਇਸ ਨੂੰ ਕੱਟ ਫੱਟ ਕੇ ਸਾਰਾ ਖਰਾਬ ਕਰ ਦਿੱਤਾ ਹੈ। ਅੱਗੇ ਪਰੀ ਚੁੱਪਚਾਪ ਬੈਠੀ ਸੁਣਦੀ ਰਹੀ। ਅੱਗੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। ਪਰੀ ਜੋ ਚੁੱਪਚਾਪ ਬੈਠੀ ਸੁਣਦੀ ਰਹਿੰਦੀ ਹੈ, ਉਹ ਅੱਗੋਂ ਕੁਝ ਨਹੀਂ ਬੋਲੀ, ਜਿਵੇਂ ਕੁਝ ਸੁਣਿਆ ਹੀ ਨਾ ਹੋਵੇ, ਪਰੀ ਦੇ ਪਿਤਾ ਜੀ ਘਰ ਦੇ ਕੰਮ ਕਾਰਾਂ ਵਿੱਚ ਹੋ ਗਏ। ਜਿਹੜੇ ਉਸ ਦੇ ਪਿਤਾ ਜੀ ਹੈ ਉਹ ਘਰ ਦੇ ਜਿਹੜੇ ਕੰਮ ਕਾਰ ਉਹਨਾਂ ਵਿੱਚ ਵਿਅਸਤ ਹੋ ਗਏ। ਪਰੀ ਨੇ ਦੇਰ ਰਾਤ ਤੱਕ ਡੱਬਾ ਤਿਆਰ ਕੀਤਾ। ਜਿੰਨਾ ਸਜਾ ਸਕਦੀ ਸੀ ਉਹਨਾਂ ਉਸ ਨੂੰ ਸਜਾਇਆ। ਉਹਨਾਂ ਦੇ ਉੱਪਰ ਜਿਹੜੀ ਅੱਧਕ ਹੈ ਇਹ ਅੱਧਕ ਨਹੀਂ ਆਉਣੀ, ਇਸ ਦੇ ਉੱਪਰ ਟਿੱਪੀ ਆਏਗੀ। ਇਹ ਥੋੜ੍ਹਾ ਗਲਤ ਲਿਖਿਆ ਹੋਇਆ, ਨੰਨਾਂ ਦੇ ਪੈਰ 'ਚ ਹਾਹਾ ਉੱਪਰ ਬਿੰਦੀ। ਉਹਨਾਂ ਨੂੰ ਸਜਾਇਆ। ਡੱਬਾ ਉਹ ਸਾਰੀ ਰਾਤ ਕੱਟਦੀ ਰਹਿੰਦੀ ਹੈ, ਦੇਰ ਰਾਤ ਤੱਕ ਕੱਟਦੀ ਰਹਿੰਦੀ ਹੈ, ਉਸ ਨੂੰ ਸਜਾ ਕੇ ਬਿਲਕੁਲ ਤਿਆਰ ਕਰ ਦਿੰਦੀ ਹੈ। ਅਗਲੇ ਦਿਨ ਉਸ ਦੇ ਪਿਤਾ ਜੀ ਦਾ ਜਨਮ ਦਿਨ ਸੀ। ਸਵੇਰੇ ਉੱਠਦਿਆਂ ਹੀ ਉਹ ਡੱਬਾ ਉਸਨੇ ਆਪਣੇ ਪਿਤਾ ਜੀ ਨੂੰ ਦਿੰਦਿਆਂ ਹੋਇਆ ਕਿਹਾ, ਪਿਤਾ ਜੀ ਜਨਮ ਦਿਨ ਮੁਬਾਰਕ ਹੋਵੇ। ਇਹ ਮੇਰੇ ਵੱਲੋਂ ਤੁਹਾਡੇ ਲਈ ਤੋਹਫਾ ਹੈ, ਇਹ ਸਾਰਾ ਤੁਹਾਡੇ ਲਈ ਹੈ। ਉਸਨੇ ਜਿਹੜਾ ਡੱਬਾ ਤਿਆਰ ਕੀਤਾ ਸੀ ਉਹ ਆਪਣੇ ਪਿਤਾ ਜੀ ਨੂੰ ਦਿੰਦੀ ਹੋਈ ਕਹਿੰਦੀ ਹੈ, ਪਿਤਾ ਜੀ ਤੁਹਾਨੂੰ ਜਿਹੜਾ ਜਨਮ ਦਿਨ ਹੈ ਮੁਬਾਰਕ ਹੋਵੇ। ਇਸ ਲਈ ਆਪਣੇ ਪਿਤਾ ਜੀ ਲਈ ਉਹ ਆਪਣਾ ਸਾਰਾ ਡੱਬਾ ਜਿਹੜਾ ਉਹ ਤਿਆਰ ਕਰ ਰਹੀ ਸੀ। ਪਰੀ ਦੇ ਪਿਤਾ ਜੀ ਰਾਤ ਵਾਲੀ ਗੱਲ ਤੋਂ ਥੋੜ੍ਹਾ ਨਾਰਾਜ਼ ਸਨ ਅਤੇ ਉਹਨਾਂ ਨੂੰ ਪਛਤਾਵਾ ਵੀ ਹੋ ਰਿਹਾ ਸੀ ਕਿ ਉਹਨਾਂ ਨੇ ਪਰੀ ਨੂੰ ਕੁਝ ਜ਼ਿਆਦਾ ਹੀ ਡਾਂਟ ਦਿੱਤਾ ਸੀ। ਪਿਤਾ ਜੀ ਪਰੀ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ, ਜਿਵੇਂ ਕਹਿ ਰਹੇ ਹੋਣ ਬੇਟਾ ਮੈਨੂੰ ਮੁਆਫ਼ ਕਰ ਦੇ। ਪਿਤਾ ਜੀ ਉਸ ਨੂੰ ਮੁਆਫ਼ ਕਰ ਦਿੱਤਾ ਸੀ ਅਤੇ ਉਹ ਆਪਣੀ ਬੇਟੀ ਵੱਲ ਜੋ ਹੈ ਪਿਆਰ ਭਰੀਆਂ ਨਜ਼ਰਾਂ ਵੱਲ ਦੇਖ ਰਹੇ ਸੀ, ਕਿਉਂਕਿ ਉਹਨੂੰ ਲੱਗਿਆ ਕਿ ਜਿਹੜਾ ਸਾਰਾ ਕੰਮ ਹੈ ਮੇਰੇ ਲਈ ਕਰ ਰਹੀ ਸੀ। ਜਦੋਂ ਉਹਨਾਂ ਨੇ ਡੱਬਾ ਖੋਲ੍ਹ ਕੇ ਦੇਖਿਆ ਤਾਂ ਇੱਕ ਵਾਰ ਉਹਨਾਂ ਦਾ ਚਿਹਰਾ ਗੁੱਸੇ ਵਿੱਚ ਫਿਰ ਲਾਲ ਹੋ ਗਿਆ।
ਉਹਨਾਂ ਨੂੰ ਲੱਗਿਆ ਜਿਵੇਂ ਪਰੀ ਉਹਨਾਂ ਦਾ ਮਜ਼ਾਕ ਉਡਾ ਰਹੀ ਹੈ। ਕ੍ਰੋਧ ਵਿੱਚ ਉਹਨਾਂ ਨੇ ਪਰੀ ਨੂੰ ਕਿਹਾ, ਕੀ ਤੈਨੂੰ ਇੰਨਾ ਵੀ ਪਤਾ ਨਹੀਂ, ਜਦੋਂ ਕਿਸੇ ਨੂੰ ਕੋਈ ਤੋਹਫਾ ਦਿੰਦੇ ਤਾਂ ਖਾਲੀ ਡੱਬਾ ਨਹੀਂ ਦੇਈਦਾ, ਉਸ ਵਿੱਚ ਕੁਝ ਨਾ ਕੁਝ ਰੱਖ ਕੇ ਦੇਈਦਾ। ਇਸ ਤੋਂ ਬਾਅਦ ਜਿਹੜੇ ਉਹਨਾਂ ਦੇ ਪਿਤਾ ਜੀ ਫਿਰ ਨਾਰਾਜ਼ ਹੋ ਜਾਂਦੇ ਹਨ, ਕਿਉਂਕਿ ਜਿਹੜੇ ਪਰੀ ਹੈ ਉਹ ਡੱਬਾ ਆਪਣੇ ਪਿਤਾ ਜੀ ਨੂੰ ਖਾਲੀ ਦਿੰਦੇ ਹਨ, ਅਤੇ ਇਸ ਲਈ ਉਹਨਾਂ ਨੂੰ ਕਹਿੰਦੇ ਹਨ ਕਿ ਜਿਹੜਾ ਤੋਹਫਾ ਹੈ, ਹਮੇਸ਼ਾ ਜਿਹੜਾ ਕਿਸੇ ਨੂੰ ਤੋਹਫਾ ਦਿੰਦੇ, ਕਿਸੇ ਨੂੰ ਗਿਫਟ ਦਿੰਦੇ, ਡੱਬਾ ਖਾਲੀ ਨਹੀਂ ਦੇਈਦਾ, ਕੁਝ ਨਾ ਕੁਝ ਉਸ ਦੇ ਵਿੱਚ ਰੱਖ ਕੇ ਦਿੰਦੇ ਹਨ। ਪਰੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ, ਉਹ ਉੱਚੀ ਉੱਚੀ ਰੋਣ ਲੱਗ ਪਈ। ਰੋਂਦਿਆਂ ਰੋਂਦਿਆਂ ਹਟਕੋਰੇ ਲੈਂਦਿਆਂ ਉਸਨੇ ਕਿਹਾ, ਪਿਤਾ ਜੀ ਇਹ ਡੱਬਾ ਖਾਲੀ ਨਹੀਂ ਹੈ, ਇਹ ਮੇਰੇ ਪਿਆਰ ਨਾਲ ਭਰਿਆ ਹੋਇਆ ਹੈ। ਜਿਹੜੀ ਪਰੀ ਹੈ ਉਹ ਰੋਣ ਲੱਗ ਪੈਂਦੀ, ਉੱਚੀ ਜਿਹੀ ਹਟਕੋਰੇ ਹੁੰਦਾ, ਜਿਵੇਂ ਆਪਾਂ ਕਹਿ ਸਕਦੇ ਹਾਂ ਸਿਸਕੀਆਂ ਲੈ ਕੇ ਉਹ ਜਿਹੜੀ ਪਰੀ ਹੈ ਰੋਣ ਲੱਗ ਪੈਂਦੀ ਹੈ ਅਤੇ ਕਹਿੰਦੀ ਹੈ, ਪਿਤਾ ਜੀ ਇਹ ਡੱਬਾ ਖਾਲੀ ਨਹੀਂ ਹੈ, ਇਹਦੇ ਵਿੱਚ ਜਿਹੜਾ ਮੇਰਾ ਹੈ ਪਿਆਰ ਹੈ, ਇਹ ਡੱਬਾ ਮੇਰੇ ਪਿਆਰ ਨਾਲ ਭਰਿਆ ਹੋਇਆ ਹੈ। ਮੈਂ ਬਹੁਤ ਸਾਰੇ ਕਿਸ ਜਿੰਨੇ ਮੈਂ ਤੁਹਾਨੂੰ ਕਰ ਸਕਦੀ ਸੀ ਸਾਰੇ ਇਸ ਵਿੱਚ ਭਰ ਦਿੱਤੇ ਹਨ, ਉਹ ਸਾਰੇ ਤੁਹਾਡੇ ਲਈ ਹਨ। ਧਿਆਨ ਨਾਲ ਦੇਖੋ, ਡੱਬਾ ਮੇਰੇ ਪਿਆਰ ਦੇ ਕਿਸ ਦੇ ਨਾਲ ਭਰਿਆ ਹੋਇਆ ਹੈ। ਉਹ ਆਪਣੇ ਪਿਤਾ ਜੀ ਨੂੰ ਕਹਿੰਦੀ ਹੈ ਕਿ ਪਿਤਾ ਜੀ ਇਹ ਡੱਬਾ ਖਾਲੀ ਨਹੀਂ ਹੈ, ਇਸ ਦੇ ਵਿੱਚ ਮੇਰਾ ਪਿਆਰ ਹੈ ਅਤੇ ਮੇਰੇ ਕਿਸ ਹਨ, ਜੋ ਕਿ ਡੱਬਾ ਮੇਰੇ ਪਿਆਰ ਅਤੇ ਕਿਸ ਨਾਲ ਭਰਿਆ ਹੋਇਆ ਹੈ। ਅਸਲ ਵਿੱਚ ਪਰੀ ਨੇ ਆਪਣੇ ਪਿਤਾ ਜੀ ਨੂੰ ਆਪਣੀ ਕਲਪਨਾ ਵਿੱਚ ਰੱਖ ਕੇ ਬਹੁਤ ਸਾਰੇ ਕਿਸ ਕੀਤੇ ਅਤੇ ਉਹਨਾਂ ਕਿਸ ਨੂੰ ਇੱਕ ਇੱਕ ਕਰਕੇ ਡੱਬੇ ਵਿੱਚ ਰੱਖਦੀ ਗਈ। ਜਦੋਂ ਉਸ ਨੂੰ ਪਤਾ ਲੱਗਿਆ ਕਿ ਹੁਣ ਡੱਬਾ ਭਰ ਗਿਆ ਹੈ ਤਾਂ ਉਸ ਨੂੰ ਡੱਬੇ ਨੂੰ ਬੰਦ ਕਰ ਦਿੱਤਾ, ਗੁਲਾਬੀ ਰੰਗ ਦੇ ਪੇਪਰ ਨਾਲ ਸਜਾ ਦਿੱਤਾ। ਜਦੋਂ ਉਸ ਨੂੰ ਬੱਚੀ ਨੂੰ ਪਤਾ ਲੱਗਿਆ ਕਿ ਜਿਹੜਾ ਡੱਬਾ ਹੈ ਕਿਸ ਨਾਲ ਭਰ ਚੁੱਕਿਆ ਹੈ ਤਾਂ ਉਸਨੇ ਡੱਬੇ ਨੂੰ ਬੰਦ ਕਰ ਦਿੱਤਾ ਅਤੇ ਉਸ ਦੇ ਉੱਪਰ ਜਿਹੜਾ ਗੁਲਾਬੀ ਰੰਗ ਦਾ ਕਵਰ ਉਹ ਲਗਾ ਦਿੱਤਾ। ਪਰੀ ਦੀ ਗੱਲ ਸੁਣਦਿਆਂ ਹੀ ਉਸ ਦੇ ਪਿਤਾ ਜੀ ਸੁੰਨ ਹੋ ਗਏ। ਉਸ ਨੇ ਪਰੀ ਨੂੰ ਆਪਣੀ ਬਾਹਾਂ ਵਿੱਚ ਕੁੱਟ ਲਿਆ ਅਤੇ ਬਹੁਤ ਪਿਆਰ ਕੀਤਾ, ਮੁਆਫੀ ਮੰਗੀ, ਆਪਣੇ ਆਪ ਨੂੰ ਪਰੀ ਅੱਗੇ ਛੋਟਾ ਮਹਿਸੂਸ ਕੀਤਾ। ਉਹਨਾਂ ਨੇ ਮਹਿਸੂਸ ਕੀਤਾ ਕਿ ਜਿਹੜਾ ਮੈਂ ਉਸ ਨੂੰ ਕਿਹਾ ਸਾਰਾ ਗਲਤ ਸੀ, ਕਿਉਂਕਿ ਉਸਨੇ ਜਿਹੜਾ ਇੰਨਾ ਪਿਆਰ ਮੇਰੇ ਲਈ ਬਖਸ਼ਿਆ ਹੈ ਉਹ ਕਿਸੇ ਵੀ ਬਹੁਤ ਵੱਡੇ ਗਿਫਟ ਨਾਲੋਂ ਘੱਟ ਨਹੀਂ ਹੈ। ਰੱਬ ਦੀ ਕਰਨੀ, ਕੁਝ ਦਿਨਾਂ ਬਾਅਦ ਪਰੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਉਸ ਦੇ ਪਿਤਾ ਜੀ ਇਹ ਸਦਮਾ ਸਹਾਰ ਨਾ ਸਕੇ, ਸਾਰਾ ਦਿਨ ਰੋਂਦੇ ਰਹਿੰਦੇ, ਪਰੀ ਦੇ ਦਿੱਤੇ ਗੁਲਾਬੀ ਰੰਗ ਦੇ ਡੱਬੇ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ। ਇੱਕ ਵਾਰੀ ਜਿਹੜੀ ਪਰੀ ਹੈ ਉਸ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ। ਉਸ ਦੇ ਪਿਤਾ ਜੀ ਨੂੰ ਬਹੁਤ ਵੱਡਾ ਸਦਮਾ ਲੱਗਦਾ ਹੈ ਅਤੇ ਸਾਰਾ ਦਿਨ ਰੋਂਦੇ ਰਹਿੰਦੇ ਅਤੇ ਉਹ ਵਾਰ-ਵਾਰ ਗਿਫਟ ਦੇਖ ਕੇ ਗਿਫਟ ਨੂੰ ਚੁੰਮਦੇ ਰਹਿੰਦੇ ਅਤੇ ਗਿਫਟ ਨੂੰ ਦੇਖ ਕੇ ਰੋਂਦੇ ਰਹਿੰਦੇ। ਕਈ ਵਾਰ ਉਸ ਨੂੰ ਪਰੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ, ਕਦੇ ਉਹਨਾਂ ਨੂੰ ਲੱਗਦਾ ਜਿਵੇਂ ਪਰੀ ਉਸ ਡੱਬੇ ਵਿੱਚੋਂ ਉਹਨਾਂ ਨੂੰ ਆ ਕੇ ਗਲਵਕੜੀ ਪਾ ਕੇ ਚੁੰਮ ਰਹੀ ਹੈ ਅਤੇ ਕਹਿ ਰਹੀ ਹੈ, ਪਿਤਾ ਜੀ ਇਹ ਸਾਰੇ ਕਿਸ ਤੁਹਾਡੇ ਲਈ ਹਨ। ਔਰ ਉਸ ਦੇ ਪਿਤਾ ਜੀ ਨੂੰ ਲੱਗਦਾ ਹੈ ਕਿ ਇਹਦੇ ਵਿੱਚੋਂ ਜਿਹੜਾ ਡੱਬੇ ਵਿੱਚੋਂ ਉਹਨਾਂ ਦੀ ਬੇਟੀ ਪਰੀ ਹੈ ਉਸ ਨੂੰ ਕਿਸ ਕਰ ਰਹੀ ਹੈ। ਠੀਕ ਹੈ ਬੱਚਿਓ, ਬਹੁਤ ਹੀ ਸੋਹਣੀ ਕਵਿਤਾ ਹੈ। ਇਸ ਤੋਂ ਪਤਾ ਲੱਗਦਾ ਕਿ ਜਿਹੜਾ ਪਿਤਾ ਜੀ ਅਤੇ ਇੱਕ ਬੇਟੀ ਵਿਚਾਲੇ ਜੋ ਪਿਆਰ ਹੈ, ਇਹ ਜਿਹੜਾ ਕਹਾਣੀਕਾਰ ਇਸ ਨੂੰ ਦਿਖਾਉਣਾ ਚਾਹੁੰਦਾ ਹੈ। ਇਸ ਤੋਂ ਬਾਅਦ ਹੈ ਬੱਚਿਓ ਸ਼ਬਦ ਅਰਥ, ਬਾਅਦ ਹੈ ਅਭਿਆਸ ਹੈ ਪਾਠ ਬੋਧ, ਜਿਹਦੇ ਵਿੱਚ ਕੀ ਹੈ ਦਿੱਤੇ ਗਏ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਹੈ। ਇਸ ਤੋਂ ਬਾਅਦ ਸੋਚੋ ਅਤੇ ਦੱਸੋ, ਕੁਝ ਪ੍ਰਸ਼ਨ ਉੱਤਰ ਹੈ। ਇਸ ਤੋਂ ਬਾਅਦ ਸਹੀ ਵਿਕਲਪ ਅੱਗੇ ਸਹੀ ਦਾ ਨਿਸ਼ਾਨ ਲਗਾਓ, ਜਿਸ ਦੇ ਵਿੱਚ ਕੀ ਹੈ ਆਪਸ਼ਨਲ ਟਾਈਪ ਪ੍ਰਸ਼ਨ ਕਹਿ ਸਕਦੇ ਹਾਂ। ਇਸ ਤੋਂ ਬਾਅਦ ਜਿਹੜਾ ਪ੍ਰਸ਼ਨ ਉੱਤਰ ਹੈ, ਇਹ ਸਾਰਾ ਅਸੀਂ ਜਿਹੜਾ ਕੰਮ ਹੈ ਉਹ ਬੋਰਡ ਦੇ ਉੱਪਰ ਕਰਾਂਗੇ। ਹੁਣ ਆਪਾਂ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਸ਼ਬਦ ਅਰਥ।